ਵਾਹਿਗੁਰੂ 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 ਵਾਹਿਗੁਰੂ। ਅੱਜ ਦਾ ਇਹ ਪਾਵਨ ਬਚਨ ਸੋਹੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ। ਇਸ ਸ਼ਬਦ ਦੇ ਅੰਦਰ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਤੇ ਪਰਮਾਤਮਾ ਦੀ ਗੱਲ ਕੀਤੀ ਹੈ, ਦੂਸਰਾ ਗੁਰੂ। ਅੰਤਰ ਕੋਈ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਜੀ ਦਾ ਪਾਵਨ ਬਚਨ ਹੈ, ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰਿ ਗੁਣ ਗਾਓ। ਅਸਲ ਵਿੱਚ ਪਰਮਾਤਮਾ ਤੇ ਗੁਰੂ ਇੱਕ ਹੀ ਹੈ, ਇਹਨਾਂ ਵਿੱਚ ਅੰਤਰ ਨਹੀਂ ਕੋਈ ਵੀ। ਸੋ ਇਸ ਸ਼ਬਦ ਦੇ ਰਾਹੀਂ ਇੱਕ ਤੇ ਗੁਰੂ ਦੀ ਗੱਲ ਕੀਤੀ ਹੈ, ਦੂਸਰਾ ਹੈ ਪਰਮਾਤਮਾ ਜਿਹਦੇ ਸਿਮਰਨ ਦੀ ਗੱਲ ਕੀਤੀ ਹੈ। ਇਸ ਪਾਵਨ ਸ਼ਬਦ ਦਾ ਰਹਾਉ ਵਾਲਾ ਪਦਾ ਹੈ, ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਘਟਾ ਕਾ ਅੰਤਰਜਾਮੀ। ਰਹਾਉ ਸਤਿਗੁਰੂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਸ ਪਾਵਨ ਰਹਾਉ ਵਾਲੇ ਪਦੇ ਵਿੱਚ ਬਖਸ਼ਿਸ਼ ਕੀਤਾ ਹੈ ਕਿ हे ਭਾਈ, ਸਦਾ ਆਪਣੇ ਸੁਆਮੀ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ, ਕਿਉਂਕਿ ਮੈਂ ਵੀ ਸਿਮਰਦਾ ਹਾਂ। ਸਿਮਰੋ ਜੇ ਅਰਥ ਕਰਾਂਗੇ ਤੇ ਇਸ ਦੇ ਊੜੇ ਦੇ ਅਖੀਰ ਜਿਹੜਾ ਊੜਾ ਹੈ ਨਾ, ਉਹਦੇ ਉੱਤੇ ਬਿੰਦੀ ਲੱਗੇਗੀ। ਸਿਮਰੋ ਸੋ ਪ੍ਰਭ ਆਪਣਾ ਸੁਆਮੀ। ਮੈਂ ਸਿਮਰਦਾ ਹਾਂ ਉਹ ਜਿਹੜਾ ਮੇਰਾ ਸੁਆਮੀ ਹੈ, ਮੈਂ ਉਹਦਾ ਸਿਮਰਨ ਕਰਦਾ ਹਾਂ। ਕਿਉਂ ਸਿਮਰਨ ਕਰਦਾ ਹਾਂ? ਕਿਉਂਕਿ ਸਗਲ ਘਟਾ ਕਾ ਅੰਤਰਜਾਮੀ, ਸਾਰਿਆਂ ਦੀ ਜਾਣਨ ਵਾਲਾ, ਸਾਰਿਆਂ ਨੂੰ ਪਾਲਣ ਵਾਲਾ ਤੇ ਸਾਰਿਆਂ ਦੀ ਜਾਣਨ ਵਾਲਾ। ਅਸਲ ਵਿੱਚ ਉਹ ਪਰਮਾਤਮਾ ਜਿਹੜਾ ਹੈ ਸਾਰਿਆਂ ਦੀ ਅੰਤਰ ਆਤਮਾ ਨੂੰ ਜਾਣਦਾ ਹੈ, ਅੰਤਰਜਾਮੀ ਹੈ। ਅਸੀਂ ਜਦੋਂ ਵੀ ਅਰਦਾਸ ਕਰਦੇ ਹਾਂ, ਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਹਾਂ, ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮੰਨ ਕੇ ਪੂਰੇ। ਉਹ ਅੰਤਰਜਾਮੀ ਹੈ, ਸਾਰਿਆਂ ਦੀ ਜਾਣਦਾ। ਜੇ ਇੱਕ ਇਨਸਾਨ ਦੀ ਗੱਲ ਕਰੀਏ ਤੇ ਜਿਹੜਾ ਇਨਸਾਨ ਹੈ ਉਹ ਆਪਣੇ ਭਰਾ ਦੇ ਮਨ ਦੀ ਜਾਣ ਲਵੇਗਾ। ਇਹ ਘਰ-ਬਾਰ ਵੰਡਾਉਣਾ ਚਾਹੁੰਦਾ। ਜੇ ਘਰੋਂ ਥੋੜਾ ਜਿਹਾ ਬਾਹਰ ਨਿਕਲੇਗਾ, ਆਪਣੇ ਰਿਸ਼ਤੇਦਾਰਾਂ ਦੀ ਜਾਣ ਲਵੇਗਾ ਕਿ ਮੇਰੇ ਰਿਸ਼ਤੇਦਾਰ ਕੀ ਚਾਹੁੰਦੇ ਨੇ। ਇੰਨਾ ਕੁ ਜਾਣ ਪਛਾਣ ਹੋ ਸਕਦੀ ਹੈ, ਇੰਨਾ ਕੁ ਜਾਣ ਸਕਦਾ ਮੇਰੇ ਧੀਆਂ ਪੁੱਤਰ ਕੀ ਮੰਗਦੇ ਨੇ, ਮੇਰੇ ਘਰ ਪਰਿਵਾਰ ਦੇ, ਮੇਰਾ ਮਾਤਾ ਪਿਤਾ ਜਾਂ ਮੇਰੇ ਭਰਾ ਕੀ ਚਾਹੁੰਦੇ ਨੇ। ਹੋ ਸਕਦਾ ਇਹ ਵੀ ਗਲਤ ਹੋਵੇ, ਪਰ ਅੰਦਾਜ਼ਾ ਲਾ ਸਕਦਾ। ਪਰ ਸਾਰਿਆਂ ਦੀ ਜਾਣਨ ਵਾਲਾ ਕੇਵਲ ਤੇ ਕੇਵਲ ਉਹ ਪਰਮਾਤਮਾ ਹੈ, ਕਿਉਂਕਿ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਉਹ ਸਾਰਿਆਂ ਦੇ ਵਿੱਚ ਪਸਰਿਆ ਹੋਇਆ, ਪਾਣੀ ਵਿੱਚ, ਧਰਤੀ ਦੇ ਉੱਤੇ, ਆਕਾਸ਼ ਦੇ ਵਿੱਚ, ਹਰ ਜਗ੍ਹਾ ਦੇ ਵਿੱਚ ਤੇ ਹਰੇਕ ਜੀਵ ਦੇ ਅੰਦਰ, ਚਾਹੇ ਉਹ ਜਲ ਵਿੱਚ ਨੇ, ਚਾਹੇ ਉਹ ਧਰਤੀ ਤੇ ਨੇ, ਚਾਹੇ ਉਹ ਆਕਾਸ਼ ਵਿੱਚ ਉੱਡ ਰਹੇ ਨੇ, ਸਾਰਿਆਂ ਦੇ ਵਿੱਚ ਉਹ ਮੌਜੂਦ ਹੈ ਤੇ ਸਾਰਿਆਂ ਦੀ ਜਾਣਦਾ ਹੈ। ਇਹ ਕੇਵਲ ਸਾਡੇ ਮਨ ਦਾ ਵਹਿਮ ਹੁੰਦਾ ਹੈ ਕਿ ਸਾਹਮਣੇ ਇਨਸਾਨ ਬੈਠਾ ਹੋਵੇ ਤੇ ਉਹਨੂੰ ਦੁੱਖ ਦੱਸਿਆ ਜਾਵੇ। ਅਸਲ ਵਿੱਚ ਇਹਨੂੰ ਦੁੱਖ ਦੱਸ ਦਈਏ ਨਾ, ਇਹ ਤੇ ਵਿਣ ਬੋਲਿਆਂ ਸਭ ਕੁਝ ਜਾਣਦਾ। ਤੁਸੀਂ ਨਾਮ ਹੀ ਬੋਲੋਗੇ ਨਾ, ਆਣ ਕੇ ਆਪਣਾ ਦਰਦ ਨਾਮ ਹੀ ਦੱਸੋਗੇ, ਤੇ ਜੇ ਉਹਦੇ ਸਿੱਖ ਜੇ ਉਹਦੇ ਨਾਲ ਮੁਹੱਬਤ ਕਰਦੇ ਜੇ ਉਹਦੇ ਨਾਲ ਪਿਆਰ ਬਣਿਆ ਤੇ ਫਿਰ ਉਹ ਜਾਣਦਾ, ਸਾਰਿਆਂ ਦੀ ਜਾਣਦਾ। ਇਸ ਕਰਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਰੂਪ ਵਿੱਚ ਅੱਜ ਦਾ ਇਹ ਪਾਵਨ ਬਚਨ ਜੋ ਸਾਡੀ ਝੋਲੀ ਵਿੱਚ ਪਾਇਆ ਹੈ, ਫਰਮਾਨ ਕਰ ਰਹੇ ਨੇ ਕਿ हे ਭਾਈ, ਸਦਾ ਉਹਦਾ ਸਿਮਰਨ ਕਰਦੇ ਰਹਿਣਾ ਚਾਹੀਦਾ, ਕਿਉਂਕਿ ਉਹ ਸਾਡਾ ਖਸਮ ਹੈ, ਉਹ ਸਾਡਾ ਮਾਲਕ ਹੈ ਤੇ ਸਾਰਿਆਂ ਦੀ ਜਾਣਨ ਵਾਲਾ। ਕੇਵਲ ਸਾਡੀ ਨਹੀਂ, ਉਹ ਸਾਰਿਆਂ ਦੀ ਜਾਣਨ ਵਾਲਾ।
ਅਮੀਰ ਹੋਵੇ ਗਰੀਬ ਹੋਵੇ, ਚਾਹੇ ਉਹ ਚੋਰ ਹੈ ਚਾਹੇ ਉਹ ਸਾਧ ਹੈ, ਸਾਰਿਆਂ ਦੀ ਉਹ ਜਾਣਦਾ, ਸਾਰਿਆਂ ਦੀ ਸਾਰ ਲੈਂਦਾ ਹੈ। ਸੋ ਸਤਿਗੁਰੂ ਜੀ ਨੇ ਇਹ ਰਹਾਉ ਵਾਲੀ ਪਦੇ ਵਿੱਚ ਬਖਸ਼ਿਸ਼ ਕੀਤੀ ਹੈ। ਆਰੰਭ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਗੁਰ ਆਪਣੇ ਉੱਪਰ ਬਲ ਜਾਈਐ। ਆਪਣੇ ਗੁਰੂ ਤੋਂ ਬਲਿਹਾਰੇ ਜਾਣਾ ਚਾਹੀਦਾ। ਕਿਉਂ ਬਲਿਹਾਰਨੇ ਜਾਣਾ ਚਾਹੀਦਾ ਆਪਣੇ ਗੁਰੂ ਤੋਂ? ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਮੈਂ ਆਰੰਭ ਵਿੱਚ ਪੜ੍ਹਿਆ ਸੀ ਕਿ ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਜਿਹੜਾ ਦਰਵਾਜ਼ਾ ਬੰਦ ਹੋਇਆ ਨਾ, ਮਨ ਦਾ ਦਰਵਾਜ਼ਾ ਬਿਲਕੁਲ ਬੰਦ ਹੋਇਆ, ਇਹ ਕੇਵਲ ਤੇ ਕੇਵਲ ਗੁਰੂ ਦੇ ਕੋਲ ਕੁੰਜੀ ਆ ਜਿਹੜੇ ਇਹ ਦਰਵਾਜ਼ੇ ਖੁੱਲ੍ਹਣੇ ਨੇ। ਇਹ ਸਰੀਰ ਇੱਕ ਕਮਰਾ ਹੈ, ਇਹਦੇ ਵਿੱਚ ਮਨ ਨੇ ਨਿਵਾਸ ਕੀਤਾ ਤੇ ਇਸ ਸਰੀਰ ਨੂੰ ਜਿਹੜਾ ਨਾ ਤਾਲਾ ਲੱਗਾ ਹੋਇਆ ਅਹੰਕਾਰ ਦਾ, ਇਸ ਅਹੰਕਾਰ ਦੇ ਤਾਲੇ ਨੂੰ, ਇਹ ਪੰਜਾਂ ਵਿਕਾਰਾਂ ਦੇ ਤਾਲੇ ਨੂੰ ਕੇਵਲ ਤੇ ਕੇਵਲ ਖੋਲ੍ਹ ਸਕਦਾ ਹੈ ਗੁਰੂ ਦੀ ਕੁੰਜੀ, ਗੁਰੂ ਦਾ ਸ਼ਬਦ। ਇਹ ਕੁੰਜੀ ਕੇਵਲ ਗੁਰੂ ਦੇ ਕੋਲ ਹੈ। ਦੂਸਰੀ ਗੱਲ, ਕਿਉਂ ਬਲਿਹਾਰਨ ਜਾਣਾ ਚਾਹੀਦਾ ਹੈ? ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਸੀਂ ਸਲੋਕ ਪੜ੍ਹਦੇ ਹਾਂ ਆਸਾ ਦੀ ਵਾਰ ਦੇ ਅੰਦਰ, ਜੇ ਸਹੁ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਤੀ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਗੈਰ ਹਨੇਰਾ ਹੈ। ਹਜ਼ਾਰਾਂ ਸੂਰਜ ਚੜ ਜਾਣ ਨਾ, ਆ ਰੋਸ਼ਨੀ ਆ ਗਈ, ਸੂਰਜ ਚੜ ਗਿਆ, ਇਹ ਕੇਵਲ ਇੱਕ ਸੂਰਜ ਦੀ ਰੋਸ਼ਨੀ ਹੈ। ਗੁਰੂ ਸਾਹਿਬ ਕਹਿੰਦੇ ਭਾਵੇਂ ਹਜ਼ਾਰਾਂ ਸੂਰਜ ਚੜ ਜਾਣ, ਪਰ ਮਨ ਦੇ ਅੰਦਰ ਹਨੇਰਾ ਰਹੇਗਾ ਜਦੋਂ ਤੱਕ ਗੁਰੂ ਨਹੀਂ ਕਿਰਪਾ ਕਰਦਾ। ਜਿਸ ਦਿਨ ਗੁਰੂ ਨੇ ਕਿਰਪਾ ਕਰ ਦਿੱਤੀ, ਇਹ ਹਨੇਰਾ ਜਿਹੜਾ ਦੂਰ ਹੋ ਜਾਵੇਗਾ। ਭੱਟ ਸਾਹਿਬਾਨਾਂ ਨੂੰ ਪੁੱਛੀਏ ਤੇ ਉਹ ਆਖਦੇ ਨੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁਨ, ਅਗਨ ਕਟੇ ਸਭ ਤੇਰੇ। ਗੁਰੂ ਨਾਇਣ ਅੱਖਾਂ ਦੇ ਨਾਲ, ਬਾਇਣ ਗੁਰ ਗੁਰ ਕਰੋ, ਅੱਖਾਂ ਦੇ ਨਾਲ ਵੀ ਤੇ ਜ਼ੁਬਾਨ ਦੇ ਨਾਲ ਵੀ। ਗੁਰੂ ਦੀ ਸਲਾਹ ਨਾ ਕਰੋ, ਗੁਰੂ ਤੋਂ ਬਲਿਹਾਰਨੇ ਜਾਓ। ਗੁਰ ਨਾਇਣ ਬੈਣ ਗੁਰ ਗੁਰ ਕਰੋ। ਗੁਰੂ ਸਤਕਵ ਨਾਲ ਕਹਿ, ਜਿਨ ਗੁਰੂ ਨਾ ਦੇਖਿਓ ਨਹਿ ਕੀਓ। ਜਿਨ੍ਹਾਂ ਨੇ ਗੁਰੂ ਨੂੰ ਵੇਖਿਆ ਨਹੀਂ, ਧਾਰਨ ਨਹੀਂ ਕੀਤਾ, ਤੇ ਅਕਿਆਤ ਸੰਸਾਰ ਮੇਂ ਉਹਨਾਂ ਦਾ ਆਇਆ ਹੋਇਆ ਵਿਅਰਥ ਹੈ। ਕਿਉਂਕਿ ਗੁਰੂ ਤੋਂ ਬਗੈਰ ਹਨੇਰਾ ਦੂਰ ਨਹੀਂ ਹੋ ਸਕਦਾ, ਗੁਰੂ ਤੋਂ ਬਗੈਰ ਗਿਆਨ ਨਹੀਂ ਹਾਸਲ ਹੋ ਸਕਦਾ। ਭੱਟ ਸਾਹਿਬਾਨ ਆਖਦੇ ਨੇ, ਅਮਿਆ ਦ੍ਰਿਸ਼ਟ ਸ਼ੁਭ ਕਰੈ ਹਰੈ, ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਾਮਦਿ ਦਰਿਆਓ, ਜਨਮ ਹਮ ਕਾਲਕ ਧੋਵੈ। ਗੁਰੂ ਤੇ ਦਰਿਆ ਹੈ, 9 ਨਦੀਆਂ ਦਾ ਖਜ਼ਾਨਾ ਹੈ। ਤੇ ਨਾਲ ਹੀ ਅੱਗੇ ਭੱਟ ਸਾਹਿਬਾਨ ਆਖਦੇ ਨੇ, ਸੁਕਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਜਨਮ ਮਰਨ ਦਾ ਗੇੜ ਮਿਟਾ ਦਿੰਦਾ ਮੇਰਾ ਸਤਿਗੁਰੂ, ਜਨਮਾਂ ਜਮਾਂਤਰਾਂ ਦਾ। ਇਸ ਕਰਕੇ ਗੁਰੂ ਸਾਹਿਬ ਆਖ ਰਹੇ ਨੇ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਕਿ ਆਪਣੇ ਗੁਰੂ ਤੋਂ ਬਲਿਹਾਰਨੇ ਜਾਣਾ ਚਾਹੀਦਾ, ਕਿਉਂਕਿ ਉਹਦੇ ਨਾਲ ਸਦਾ ਰੱਬ ਦੀ ਯਾਦ ਜੁੜੀ ਰਹਿੰਦੀ ਹੈ। ਫਿਰ ਮਨ ਦੇ ਅੰਦਰ ਭੁਲੇਖਾ ਨਹੀਂ, ਮਨ ਦੇ ਅੰਦਰ ਕਦੇ ਵੀ ਦੁਚਿੱਤੀ ਨਹੀਂ ਹੋਵੇਗੀ। ਛੋਟੀ ਜਿਹੀ ਉਦਾਹਰਨ ਦੇ ਕੇ ਅਸੀਂ ਅੱਗੇ ਚੱਲਾਂਗੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਦੀ ਧਰਤੀ ਤੇ ਨੇ, ਹੋਕਾ ਦੇ ਰਹੇ ਨੇ, ਨਾ ਕੋਈ ਹਿੰਦੂ ਨਾ ਮੁਸਲਮਾਨ। ਤੇ ਜਦੋਂ ਕਾਜੀ ਨੂੰ ਪਤਾ ਚੱਲਿਆ, ਕਿਉਂਕਿ ਉਸ ਸਮੇਂ ਜ਼ੋਰ ਸੀ, ਉਹ ਜਾ ਕੇ ਸੁਲਤਾਨਪੁਰ ਦੇ ਲੋਧੀ ਕੋਲ ਜਾ ਕੇ ਪੇਸ਼ ਹੋਇਆ। ਤੁਹਾਡੇ ਰਾਜ ਦੇ ਵਿੱਚ ਵੇਖੋ, ਇੱਕ
ਹਿੰਦੂ ਫਕੀਰ ਇਹ ਆਖ ਰਿਹਾ ਕਿ ਨਾ ਕੋਈ ਹਿੰਦੂ ਠੀਕ ਹੈ ਭਾਈ ਕਹੀ ਜਾਏ, ਪਰ ਨਾ ਕੋਈ ਮੁਸਲਮਾਨ। ਤੇ ਸਾਹਮਣੇ ਇਹ ਮੁਸਲਮਾਨ ਤੁਰੇ ਫਿਰਦੇ ਨੇ, ਇਹਨੂੰ ਨਜ਼ਰ ਨਹੀਂ ਆਉਂਦੇ। ਅਖੀਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੇਸ਼ ਕੀਤਾ ਗਿਆ, ਫੈਸਲਾ ਹੋਇਆ। ਤੇ ਮੇਰੇ ਪਾਤਸ਼ਾਹ ਜੀ ਨੇ ਆਖਿਆ ਮੇਰੇ ਵਾਸਤੇ ਸਭ ਇੱਕੋ ਹੀ ਜਿਹੇ ਨੇ। ਕਹਿੰਦੇ ਜੇ ਠੀਕ ਹੈ ਇੱਕੋ ਜਿਹੇ ਨੇ ਤੇ ਫਿਰ ਆਓ ਸਾਡੇ ਨਾਲ ਨਵਾਜ਼ ਪੜ੍ਹੋ। ਨਵਾਜ਼ ਦਾ ਸਮਾਂ ਹੋ ਗਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਸੀਤ ਨੂੰ ਚੱਲ ਪਏ ਨੇ। ਰੌਲਾ ਪੈ ਗਿਆ ਸੁਲਤਾਨਪੁਰ ਧਰਤੀ ਦੇ ਉੱਤੇ। ਉਧਰ ਭਾਈਆ ਜੈ ਰਾਮ ਜਦੋਂ ਇੰਨੀ ਗੱਲ ਪਤਾ ਚੱਲੀ, ਉਹ ਵੀ ਨੱਠਾ ਆਇਆ, ਦੌੜ ਕੇ ਆਇਆ ਉਸ ਮਸੀਤ ਵੱਲ ਨੂੰ। ਆਣ ਕੇ ਕੀ ਤੱਕਿਆ, ਇੱਕ ਪਾਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਨੇ, ਇੱਕ ਪਾਸੇ ਨਵਾਬ ਬੈਠਾ, ਇੱਕ ਪਾਸੇ ਕਾਜੀ ਬੈਠਾ। ਆਸੇ ਪਾਸੇ ਭੀੜ ਇਕੱਠੀ ਹੋਈ ਹੈ। ਤੱਕ ਕੇ ਮਨ ਵਿੱਚ ਸ਼ਰਮਿੰਦਗੀ ਮਹਿਸੂਸ ਕੀਤੀ ਹੈ ਤੇ ਆਖਣ ਲੱਗਾ ਮਨ ਵਿੱਚ ਕਿ ਅੱਜ ਇਸ ਨੇ ਆਪਣੇ ਖਾਨਦਾਨ ਨੂੰ, ਜਿਸ ਖਾਨਦਾਨ ਦੇ ਵਿੱਚ ਪੈਦਾ ਹੋਇਆ ਨਾ, ਬੇਦੀ ਕੁਲ ਦੇ ਵਿੱਚ, ਇਸ ਕੁਲ ਦਾ ਇਹਨੇ ਨਾਸ਼ ਕਰ ਦੇਣਾ। ਕਿਉਂਕਿ ਅੱਜ ਇਹ ਮੁਸਲਮਾਨ ਇਸਲਾਮਿਕ ਦਾਇਰੇ ਦੇ ਵਿੱਚ ਚਲਾ ਚੱਲਿਆ, ਮੁਸਲਮਾਨ ਬਣ ਚੱਲਿਆ। ਮਨ ਵਿੱਚ ਨਿਰਾਸ਼ਤਾ ਲੈ ਕੇ ਘਰ ਨੂੰ ਮੁੜ ਪਿਆ, ਤੁਰ ਪਿਆ ਘਰ ਨੂੰ। ਮਨ ਵਿੱਚ ਸੋਚਦਾ ਤੁਰਿਆ ਜਾ ਰਿਹਾ ਹੈ ਕਿ ਮੈਂ ਜਾ ਕੇ ਕੀ ਦੱਸਾਂਗਾ ਬੇਬੇ ਨਾਨਕੀ ਨੂੰ, ਕੀ ਆਖਾਂਗਾ ਕਿ ਤੇਰਾ ਵੀਰ ਅੱਜ ਮੁਸਲਮਾਨ ਹੋ ਚੱਲਿਆ। ਤੁਰਿਆ ਜਾ ਰਿਹਾ, ਘਰ ਵਿੱਚ ਪਹੁੰਚਦਾ ਏ, ਸੋਚਾਂ ਸੋਚਦਾ ਜਾ ਰਿਹਾ ਏ। ਦਰਵਾਜ਼ਾ ਖੜਕਾਇਆ, ਬੇਬੇ ਨਾਨਕੀ ਨੇ ਦਰਵਾਜ਼ਾ ਖੋਲ੍ਹਿਆ। ਆਖਿਆ ਪਤੀ ਪਰਮੇਸ਼ਰ ਕੀ ਗੱਲ, ਮਨ ਬੜਾ ਉਦਾਸ ਹੈ, ਚਿਹਰੇ ਉੱਤੇ ਉਦਾਸੀ ਛਾਈ ਪਈ ਹੈ। ਕਹਿੰਦੇ ਕੀ ਦੱਸਾਂ, ਮੇਰਾ ਮਨ ਨਹੀਂ ਕਰ ਰਿਹਾ ਦੱਸਣ ਨੂੰ, ਪਰ ਰਹਿ ਵੀ ਨਹੀਂ ਹੋਣਾ, ਕਿਉਂਕਿ ਮੈਂ ਅੱਖੀਂ ਵੇਖ ਕੇ ਆਇਆ ਅੱਜ ਤੇਰਾ ਵੀਰ ਮਸਜਿਦ ਵਿੱਚ ਬੈਠਾ ਇਸਲਾਮਿਕ ਧਰਮ ਨੂੰ ਅਪਣਾਉਣ ਜਾ ਰਿਹਾ। ਮੇਰਾ ਮਨ ਉਦਾਸ ਹੈ ਕਿ ਸਾਡੀ ਕੁੱਲ ਦਾ ਨਾਸ ਹੋ ਜਾਵੇਗਾ। ਤੇ ਬੇਬੇ ਨਾਨਕੀ ਨੇ, ਜਿਹਨੇ ਭਰੋਸਾ ਰੱਖਿਆ ਸੀ ਆਪਣੇ ਗੁਰੂ ਦੇ ਉੱਤੇ, ਗੁਰ ਆਪਣੇ ਉੱਪਰ ਬਲ ਜਾਈਏ, ਜਿਹੜੀ ਬਲਹਾਰ ਨਹੀਂ ਜਾਂਦੀ ਸੀ ਆਪਣੇ ਵੀਰ ਤੋਂ, ਜਿਸ ਨੇ ਬਚਪਨ ਵਿੱਚ ਹੀ ਪਛਾਣ ਲਿਆ ਸੀ ਕਿ ਮੇਰਾ ਵੀਰ ਜਿਹੜਾ ਕੋਈ ਅਨੋਖੀ ਰੂਹ ਹੈ, ਇਹ ਬੰਦਗੀ ਵਾਲੀ ਰੂਹ ਹੈ। ਉਸ ਭੈਣ ਨੇ ਪਤਾ ਕੀ ਆਖਿਆ, ਆਖਣ ਲੱਗੀ ਪਤੀ ਪਰਮੇਸ਼ਰ ਜੀ ਤੁਸੀਂ ਫਿਕਰ ਨਾ ਕਰੋ, ਜਿਹੜਾ ਜਗਤ ਨੂੰ ਤਾਰਨ ਆਇਆ ਉਹ ਕਿਸੇ ਦੇ ਜਾਲ ਵਿੱਚ ਨਹੀਂ ਫਸਦਾ। ਜਿਹੜਾ ਇਹਨਾਂ ਬੰਧਨਾਂ ਤੋਂ ਲੋਕਾਂ ਨੂੰ ਤੋੜਨ ਵਾਸਤੇ ਆਇਆ ਹੋਵੇ, ਉਹਨਾਂ ਤੋਂ ਛੁਡਵਾਉਣ ਵਾਸਤੇ ਹੋਇਆ, ਉਹ ਆਪ ਬੰਧਨਾਂ ਵਿੱਚ ਨਹੀਂ ਵੱਜਦਾ। ਤੇ ਵਾਕਿਆ ਹੀ ਉਸੇ ਸਮੇਂ ਰੌਲਾ ਪੈ ਗਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਤੇ ਆਣ ਕੇ ਮਸਜਿਦ ਵਿੱਚ ਨਵਾਜ਼ ਪੜ੍ਹਨ ਵਾਲਿਆਂ ਨੂੰ ਵੀ ਜਿਹੜਾ ਸੀ ਉਹ ਨਵਾਜ਼ ਪੜ੍ਹਨ ਦੀ ਜਾਚ ਸਿਖਾ ਦਿੱਤੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿੱਤ ਹੋਈ ਤੇ ਉਸ ਮਸਜਿਦ ਦੇ ਵਿੱਚ ਕਾਜੀ ਦੀ ਵਾਹਵਾ ਨਹੀਂ ਹੋਈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਜਿੰਨੇ ਵੀ ਆਸੇ-ਪਾਸੇ ਜਨਤਾ ਬੈਠੀ ਹੋਈ ਸੀ, ਇੱਥੋਂ ਤੱਕ ਕਿ ਨਵਾਬ ਦੌਲਤ ਖਾਂ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨੀ ਪੈ ਕੇ ਤੇ ਬਲਿਹਾਰਨੇ ਗਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਾਹ-ਵਾਹ ਕੀਤੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿੱਖ ਬਣਿਆ। ਇਹ ਹੈ ਸਾਡਾ ਇਤਿਹਾਸ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਵੀ ਇੱਕ ਮਸਜਿਦ ਵਿੱਚ ਬੈਠੇ ਹੋਇਆਂ ਨਵਾਬ ਦਾ ਸੀਸ ਨਿਵਾਉਣਾ, ਇੱਕ ਕਾਜੀ ਦਾ ਸੀਸ ਨਿਵਾਉਣਾ, ਤੇ ਉੱਥੇ ਰਹਿਣ ਵਾਲੇ ਜਿਹੜੇ ਲੋਕ ਸਨ ਸੁਲਤਾਨਪੁਰ ਧਰਤੀ ਦੇ ਉੱਤੇ, ਉਹਨਾਂ ਦਾ ਸੀਸ ਨਿਵਾਉਣਾ, ਇਹੀ ਹੈ ਗੁਰੂ ਤੋਂ ਬਲਿਹਾਰਨੇ ਜਾਣਾ, ਇੱਕ ਸੱਚੇ ਗੁਰੂ ਤੋਂ ਬਲਿਹਾਰਨੇ ਜਾਣਾ। ਜਿਸ ਬਾਬਤ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਆਖ ਰਹੇ ਨੇ ਕਿ ਭਲਿਓ ਗੁਰੂ ਆਪਣੇ ਉੱਪਰ ਬਲ ਜਾਈਏ, ਆਪਣੇ ਗੁਰੂ ਤੋਂ ਬਲਿਹਾਰਨੇ ਜਾਣਾ ਚਾਹੀਦਾ। ਕਿਉਂਕਿ ਆਠ ਪਹਿਰ ਹਰ ਹਰ ਜਸ ਗਾਈਐ, ਉਹਦੇ ਚਰਨੀ ਲੱਗਿਆਂ ਅੱਠੇ ਪੈਰ ਪ੍ਰਮਾਤਮਾ ਦਾ ਜਸ ਗਾਉਣਾ ਚਾਹੀਦਾ।
ਜਸ ਗਾਉਣ ਨੂੰ ਮਿਲਦਾ ਹੈ ਤੇ ਇਸ ਕਰਕੇ ਮਨੁੱਖ ਫਿਰ ਅੱਠੇ ਪੈਰ ਉਹਦਾ ਜਸ ਗਾਉਂਦਾ ਹੈ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਅਗਲੇਰੇ ਬੰਦ ਅੰਦਰ ਬਖਸ਼ਿਸ਼ ਕਰਦੇ ਨੇ। ਚਰਨ ਕਮਲ ਸਿਉ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ। ਇਸ ਦੂਸਰੇ ਪਦੇ ਅੰਦਰ ਸਤਿਗੁਰੂ ਜੀ ਆਖ ਰਹੇ ਨੇ ਕਿ ਜਦੋਂ ਆਪਣੇ ਗੁਰੂ ਦੇ ਚਰਨਾਂ ਦੇ ਕੋਲ ਜੁੜ ਗਿਆ ਨਾ ਮਨੁੱਖ, ਤੇ ਗੁਰੂ ਨੇ ਰਹਿਮਤ ਕਰਕੇ ਅੰਦਰ ਪ੍ਰਮਾਤਮਾ ਦੇ ਨਾਮ ਦੀ ਰੌਂ ਚਲਾ ਦਿੱਤੀ, ਸਿਮਰਨ ਚੱਲ ਗਿਆ, ਤੇ ਫਿਰ ਗੁਰੂ ਦੇ ਚਰਨਾਂ ਦੇ ਨਾਲ ਪ੍ਰੀਤੀ ਬਣ ਜਾਂਦੀ ਹੈ। ਚਰਨ ਕਮਲ ਸਿਉ ਲਾਗੀ ਪ੍ਰੀਤ। ਫਿਰ ਸਦਾ ਗੁਰੂ ਦੇ ਚਰਨ ਪਰਸਨ ਵਾਸਤੇ ਸਿੱਖ ਜਿਹੜਾ ਘਰੋਂ ਚੱਲ ਕੇ ਗੁਰਦੁਆਰੇ ਆਉਂਦਾ। ਅਸਲ ਵਿੱਚ ਇਹੀ ਰੀਤੀ ਪੂਰਨ ਹੈ, ਸਾਚੀ ਪੂਰਨ ਨਿਰਮਲ ਰੀਤ। ਇਹੀ ਰੀਤੀ ਪਵਿੱਤਰ ਹੈ, ਇਹੀ ਰੀਤ ਜਿਹੜੀ ਹੈ ਪੂਰਨ ਹੈ, ਜਿਹੜੀ ਸਦਾ ਕਾਇਮ ਰਹਿਣ ਵਾਲੀ, ਸਾਚੀ ਭਾਵ ਸਦਾ ਕਾਇਮ ਰਹਿਣ ਵਾਲੀ। ਇਹ ਅਟਲ ਸਚਾਈ ਹੈ। ਸਾਡੇ ਵਰਗੇ ਆਉਣਗੇ, ਆਪਣੀ ਜ਼ਿੰਦਗੀ ਦੇ ਵਿੱਚ ਰਾਜ ਭਾਗ, ਆਪਣੀ ਜ਼ਿੰਦਗੀ ਦੇ ਵਿੱਚ ਧਰਮ ਕਮਾ ਕੇ ਨਾਮ ਨਾ ਖੱਟਣਗੇ, ਪਰ ਅਖੀਰ ਇਸ ਧਰਤੀ ਤੋਂ ਚਲੇ ਜਾਣਗੇ, ਖਤਮ ਹੋ ਜਾਣਗੇ। ਰਹੇਗਾ ਕਿ ਸਤਿਗੁਰੂ ਤੇ ਉਹ ਪਰਮਾਤਮਾ, ਇਹ ਦੋਨਾਂ ਦਾ ਨਾਮ ਰਹਿਣਾ। ਇਸ ਕਰਕੇ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਇਹ ਅਸਲ ਵਿੱਚ ਸਦੀਵੀ ਸਦਾ ਕਾਇਮ ਰਹਿਣ ਵਾਲੀ ਜਿਹੜੀ ਹੈ ਪੂਰਨ ਤੇ ਨਿਰਮਲ ਰੀਤ ਹੈ ਕਿ ਸਦਾ ਉਹਦੇ ਨਾਲ ਪ੍ਰੀਤੀ ਬਣਾਈ ਰੱਖੋ, ਕਿਉਂਕਿ ਉਹਦੀ ਪ੍ਰੀਤੀ ਦੇ ਨਾਲ ਹੀ ਮਨੁੱਖ ਜਿਉਂਦਾ ਹੈ। ਸੰਤ ਪ੍ਰਸਾਦ ਵਸੈ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਹੀ। ਹੁਣ ਇਹ ਮਨ ਦੇ ਵਿੱਚ ਵਸੇਗਾ ਕਿਵੇਂ? ਸੰਤ ਪ੍ਰਸਾਦ। ਹੁਣ ਇੱਥੇ ਸ਼ਬਦ ਹੈ ਸੰਤ। ਅਸੀਂ ਸੁਖਮਣੀ ਵੀ ਪੜ੍ਹਦੇ ਹਾਂ ਨਾ, ਤੇ ਉੱਥੇ ਵੀ ਸ਼ਬਦ ਆਉਂਦਾ ਇੱਕ ਸੰਤ। ਸ਼ਲੋਕ ਵਿੱਚ ਅਸੀਂ ਪੜ੍ਹਦੇ ਹਾਂ, ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ। ਤੇ ਜਦੋਂ ਇਸ ਅਸ਼ਟਪਦੀ ਦੀ ਆਰੰਭਤਾ ਹੁੰਦੀ ਹੈ, ਉੱਥੇ ਵੀ ਸ਼ਬਦ ਸੰਤ ਆਇਆ, ਸੱਸੇ ਉੱਤੇ ਟਿੱਪੀ ਤੇ ਤੱਤਾ, ਭਾਵ ਇੱਕ ਵਚਨ ਹੈ। ਤੇ ਇੱਕ ਵਚਨ ਭਾਵ ਅਰਥ ਜਿਹੜਾ ਵਾ, ਇੱਕ ਵਚਨ ਦਾ ਭਾਵ ਇਹੀ ਹੈ ਕਿ ਇਹ ਪ੍ਰਮਾਤਮਾ ਪ੍ਰਥਾਏ, ਗੁਰੂ ਪ੍ਰਥਾਏ ਵਰਤਿਆ ਗਿਆ। ਹੁਣ ਇੱਥੇ ਸ਼ਬਦ ਵੀ ਸੰਤ ਤੱਤਾ ਮੁਕਤਾਏ, ਤੱਤੇ ਦੇ ਪੈਰ ਚੌਂਕੜ ਨੇ, ਭਾਵ ਅਰਥ ਹੈ ਗੁਰੂ ਪ੍ਰਥਾਏ ਵਰਤਿਆ। ਸੰਤ ਪ੍ਰਸਾਦ ਹੁਣ ਕਿਸੇ ਸਾਧ ਦੀ ਕਿਰਪਾ ਦੇ ਨਾਲ ਨਹੀਂ, ਗੁਰੂ ਦੀ ਕਿਰਪਾ ਦੇ ਨਾਲ। ਕਿਉਂਕਿ ਕਈ ਵਾਰ ਅਸੀਂ ਉਸ ਅਸ਼ਟਪਦੀ ਨੂੰ ਜਦੋਂ ਪੜ੍ਹਦੇ ਆ ਨਾ, ਅਸੀਂ ਸਾਰਾ ਧਿਆਨ ਜਿਹੜਾ ਉਹ ਸਾਧ ਸੰਤਾਂ ਵਾਲੀ ਲਾ ਦਿੰਦੇ ਆ ਕਿ ਸ਼ਾਇਦ ਠੀਕ ਹੈ, ਜਿਨ੍ਹਾਂ ਨੇ ਮਨ ਕਰਕੇ ਜਪਿਆ ਹੈ, ਜਿਨ੍ਹਾਂ ਨੇ ਪ੍ਰੀਤੀ ਜੋੜੀ ਹੈ, ਉਹ ਪੂਰਨ ਸੰਤ ਹਨ। ਪਰ ਜਿਹੜੀ ਕਿਰਪਾ ਹੋਣੀ ਹੈ ਉਹ ਕੇਵਲ ਤੇ ਕੇਵਲ ਗੁਰੂ ਦੀ। ਸੰਤ ਪ੍ਰਸਾਦ ਵਸੈ ਮਨ ਮਾਹੀ। ਭਾਈ ਇਹ ਮਨ ਵਿੱਚ ਪ੍ਰਮਾਤਮਾ ਜਿਹੜਾ ਹੈ ਉਹ ਗੁਰੂ ਦੀ ਕਿਰਪਾ ਸਦਕਾ ਹੀ ਵਸਦਾ ਹੈ। ਤੇ ਜਦੋਂ ਵਸ ਗਿਆ ਫਿਰ ਜਨਮ ਜਨਮ ਕੇ ਕਿਲ ਵਿਖ ਜਾਹੀ। ਜਨਮਾਂ ਜਮਾਂਤਰਾਂ ਦੇ ਜਿਹੜੀ ਕਾਲਖ ਹੈ ਨਾ, ਕਿਲ ਵਿਖ ਕਾਲੀ ਕਾਲਖ, ਜਿਹੜੀ ਕਦੇ ਉਗੜਦੀ ਨਹੀਂ, ਜਿੰਨਾ ਮਰਜ਼ੀ ਧੋ ਲਈਏ, ਪਰ ਕੋਈ ਐਸੇ ਕੈਮੀਕਲ ਆਉਂਦੇ ਨੇ ਜਿਨ੍ਹਾਂ ਦੇ ਨਾਲ ਉਹ ਕਾਲਖ ਲੱਥ ਜਾਂਦੀ ਹੈ। ਨਹੀਂ ਤੇ ਬੜੇ ਕੈਮੀਕਲ ਨੇ ਸਾਡੇ ਕੋਲ, ਅਸੀਂ ਕੱਪੜੇ ਧੋਂਦੇ ਹਾਂ, ਕਾਲਖ ਲੱਥਦੀ ਨਹੀਂ। ਕੁਝ ਖਾਸ ਇੱਕ ਕੈਮੀਕਲ ਹੁੰਦਾ ਜਿਹਦੇ ਨਾਲ ਉਹ ਕਾਲਖ ਨਿਕਲ ਜਾਂਦੀ ਹੈ। ਉਹ ਹਰੇਕ ਉਹਦੇ ਕੋਲ ਨਹੀਂ ਹੁੰਦਾ। ਕੁਝ ਐਸੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਕੋਲ ਬੜੇ ਬੜੇ ਵੱਡੇ ਕੈਮੀਕਲ ਨੇ, ਜ਼ਬਰਦਸਤ ਕੈਮੀਕਲ ਨੇ, ਜਿਨ੍ਹਾਂ ਨੂੰ ਉਹ ਕੱਪੜੇ ਵਿੱਚ ਪਾਉਂਦੇ ਨੇ, ਰੰਗ ਲਾ ਕੇ ਫਿਰ ਉਹਨੂੰ ਸਫੇਦ ਕਰ ਦਿੰਦੇ ਨੇ। ਹੁਣ ਇੱਥੇ ਜਿਹੜੀ ਕਾਲਖ ਹੈ ਇਹ ਜਨਮਾਂ ਜਮਾਂਤਰਾਂ ਦੀ ਚੜੀ ਹੋਈ ਹੈ। ਇਹ ਹੁਣ ਕਾਲਖ ਐਵੇਂ ਨਹੀਂ ਧੁੱਪਣੀ, ਇਹ ਕੇਵਲ ਤੇ ਕੇਵਲ ਗੁਰੂ ਹੀ ਕਿਰਪਾ ਕਰੇ ਤੇ ਇਹ ਜਨਮਾਂ ਜਮਾਂਤਰਾਂ ਦੀ ਕਾਲਖ ਲੱਥ ਸਕਦੀ ਹੈ। ਇਸ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਭਲਿਓ
ਜਦੋਂ ਗੁਰੂ ਦੀ ਕਿਰਪਾ ਹੋ ਜੇ, ਸੰਤ ਪ੍ਰਸਾਦ, ਪ੍ਰਸਾਦ ਦਾ ਭਾਵ ਅਰਥ ਹੈ ਕਿਰਪਾ। ਇੱਕ ਹੁੰਦਾ ਪ੍ਰਸ਼ਾਦ, ਸੱਸੇ ਦੇ ਪੈਰ 'ਚ ਬਿੰਦੀ, ਭਾਵ ਅਰਥ ਕੜਾਹ ਪ੍ਰਸ਼ਾਦ ਜਿਹੜਾ ਅਸੀਂ ਛਕਦੇ ਹਾਂ, ਪ੍ਰਸ਼ਾਦਾ ਜਿਹੜਾ ਅਸੀਂ ਛਕਦੇ ਹਾਂ। ਇੱਥੇ ਆ ਬਿੰਦੀ ਤੋਂ ਮੁਕਤਾ, ਪ੍ਰਸਾਦ, ਪ੍ਰਸਾਦ ਦਾ ਭਾਵ ਹੈ ਕਿਰਪਾ। ਜਿੱਦਾਂ ਅਸੀਂ ਮੂਲ ਮੰਤਰ ਪੜ੍ਹਦੇ ਹਾਂ, ਅਖੀਰ ਉੱਤੇ ਆਉਂਦਾ ਹੈ ਗੁਰ ਪ੍ਰਸਾਦ, ਭਾਵ ਗੁਰੂ ਦੀ ਕਿਰਪਾ। ਇੱਥੇ ਹੁਣ ਸੰਤ ਪ੍ਰਸਾਦ, ਵਸੈ ਮਨ ਮਾਹੀ, ਸਾਡੇ ਮਨ ਦੇ ਭਰਮ ਵੀ ਦੂਰ ਹੋ ਜਾਂਦੇ ਨੇ। ਹੁਣ ਇੱਥੇ ਕਿਸੇ ਸਾਧ ਦੀ ਗੱਲ ਨਹੀਂ, ਇੱਥੇ ਗੁਰੂ ਦੀ ਕਿਰਪਾ ਹੈ। ਤੇ ਗੁਰੂ ਕਿਰਪਾ ਜਿਹ ਨਰ ਕੋ ਕੀਨੀ ਤਿਹ ਜੁਗਤ ਪਛਾਨੀ, ਗੁਰੂ ਸਾਹਿਬ ਆਖ ਰਹੇ ਨੇ ਸੰਤ ਪ੍ਰਸਾਦ ਵਸੈ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਏ। ਜਦੋਂ ਮਨ ਵਿੱਚ ਵਸ ਗਿਆ ਫਿਰ ਜਨਮਾਂ ਜਮਾਂਤਰਾਂ ਦੀ ਜਿਹੜੀ ਕਾਲਖ ਹੈ ਮਨ ਦੇ ਉੱਤੋਂ ਲੱਥ ਜਾਂਦੀ ਹੈ। ਸਤਿਗੁਰੂ ਜੀ ਅਖੀਰ ਵਿੱਚ ਬਖਸ਼ਿਸ਼ ਕਰਦੇ ਨੇ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਮੰਗੈ ਸੰਤਰ ਵਾਲਾ। ਹੇ ਮੇਰੇ ਮਾਲਕ ਪਰਮੇਸ਼ਰ ਵਾਹਿਗੁਰੂ ਜੀਓ, ਕਿਰਪਾ ਕਰੋ। ਅਰਦਾਸ ਕਰਿਆ ਕਰੋ ਆਣ ਕੇ ਸਾਰੇ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੁੱਪੈ ਸੁਆਮੀ, ਮਾਨਸ ਕੀ ਗਤੇ। ਇਹ ਅਰਦਾਸ ਕਰਿਆ ਕਰੋ। ਅਰਦਾਸ ਕਰਨੀ ਹੈ ਨਾ, ਗੁਰੂ ਨੇ ਬੜੀ ਅਗਵਾਈ ਦਿੱਤੀ ਹੈ ਸਾਡੇ ਥਾਂ ਥਾਂ ਦੇ ਉੱਤੇ। ਅਸੀਂ ਰੋਜ਼ ਪੜ੍ਹਦੇ ਹਾਂ ਨਾ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਇਹ ਬੇਨਤੀ ਕੀਤੀ ਹੈ ਭੱਟ ਸਾਹਿਬਾਨਾਂ ਨੇ। ਭੱਟ ਕੀਰਤ ਜੀ ਹੋਏ ਨੇ, ਉਹਨਾਂ ਨੇ ਬੇਨਤੀ ਕੀਤੀ ਹੈ ਸਾਡੇ ਵਾਸਤੇ। ਸਾਹਮਣੇ ਗੁਰੂ ਦੇ ਖੜੇ ਹੋ ਗਏ ਨੇ, ਪਾਤਸ਼ਾਹ ਅਸੀਂ ਅਵਗੁਣਾਂ ਦੇ ਭਰੇ ਹਾਂ। ਹਮ ਅਵਗੁਣ, ਇਹ ਨਹੀਂ ਕਿਹਾ ਮੈਂ ਅਵਗੁਣ ਭਰਿਆ, ਉਹਨੇ ਸਾਡੇ ਵਾਸਤੇ ਵੀ ਬੇਨਤੀ ਕੀਤੀ ਹੈ। ਕੋਈ ਭਲਾ ਪੁਰਸ਼ੀ ਹੁੰਦਾ ਜਿਹੜੀ ਸਾਰਿਆਂ ਦੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਕੇਵਲ ਤੇ ਕੇਵਲ ਗੁਰਸਿੱਖ ਹੀ ਮੰਗ ਸਕਦਾ, ਕੋਈ ਭਲਾ ਪੁਰਸ਼ ਹੀ ਮੰਗ ਸਕਦਾ। ਕਹਿਣ ਨੂੰ ਭਾਵੇਂ ਅਸੀਂ ਸਾਰੇ ਗੁਰਸਿੱਖ ਕਹਿਲਾਈਏ ਕਿਉਂਕਿ ਗੁਰਦੁਆਰੇ ਆਉਂਦੇ ਆ, ਪਰ ਕੋਈ ਭਲਾ ਪੁਰਸ਼ ਹੀ ਸਾਰਿਆਂ ਦੀ ਸਰਬੱਤ ਦਾ ਭਲਾ ਕੋਈ ਮਨੋਂ ਕਰਕੇ ਜਿਹੜਾ ਮੰਗਦਾ, ਕੋਈ ਨਾ ਕੋਈ ਇੱਕ ਹੀ ਮੰਗਦਾ। ਹੁਣ ਇੱਥੇ ਭੱਟ ਕੀਰਤ ਜੀ ਨੇ ਮੰਗਿਆ ਤੇ ਨਾਲ ਆਖਿਆ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਹੈ। ਇਸ ਸਵਈਏ ਦੇ ਵਿੱਚ ਭੱਟਾਂ ਦੇ ਸਵਈਏ ਨੇ, ਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ ਹੈ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਭੈ ਭੂਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਇਹ ਅਰਦਾਸ ਕਰ ਰਹੀ ਹੈ ਪਾਤਸ਼ਾਹ ਸਾਡੇ ਵਿੱਚ ਇਹ ਅਵਗੁਣ ਨੇ ਤੇ ਤੂੰ ਬਖਸ਼ਣ ਆ ਰਿਹਾ ਤੇ ਮੇਰੇ ਵਿਦਾਤਾ ਬਖਸ਼ ਲੈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ, ਰਾਖੂ ਸ਼ਰਨ ਆਈ। ਸ਼ਰਨ ਲੈ ਲੈ ਦਾਤਾ, ਮੈਂ ਸਤ ਸੰਗਤ ਵਿੱਚ ਗਿਆ ਸਾਂ, ਮੈਨੂੰ ਪਤਾ ਚੱਲਿਆ, ਮੈਂ ਤੇਰੇ ਅੱਗੇ ਅਰਦਾਸ ਕਰਨਾ, ਸਾਨੂੰ ਸਾਰਿਆਂ ਨੂੰ ਆਪਣੀ ਸ਼ਰਨ ਵਿੱਚ ਲੈ ਲੈ। ਭਾਈ ਗੁਰਦਾਸ ਜੀ ਵੀ, ਉਹਨਾਂ ਦਾ ਬੜਾ ਸੁੰਦਰ ਬਚਨ ਹੈ ਵਾਰਾਂ ਦੇ ਅੰਦਰ, ਸਾਡੀ ਝੋਲੀ ਵਿੱਚ ਪਾਇਆ, ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨ ਦਾ। ਅਖੀਰ ਉੱਤੇ ਜਿਹੜਾ ਵਾ ਭਾਈ ਗੁਰਦਾਸ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸ਼ੰਦਾ। ਇਹ ਸਤਿਗੁਰੂ ਹੀ ਇਹ ਬਖਸ਼ਿਸ਼ ਕਰਦਾ ਹੈ। ਇੱਥੇ ਵੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਖੀਰ ਉੱਤੇ ਬੇਨਤੀ ਕੀਤੀ ਹੈ ਕਿ ਕਰ ਕਿਰਪਾ ਪ੍ਰਭ ਦੀਨ ਦਿਆਲਾ, ਹੇ ਵਾਹਿਗੁਰੂ ਪ੍ਰਮਾਤਮਾ ਜੀਓ ਰਹਿਮਤ ਕਰੋ, ਕਿਰਪਾ ਕਰੋ, ਨਾਨਕ ਮੰਗੈ ਸੰਤਰ ਵਾਲਾ। ਸੰਤ ਫਿਰ ਸ਼ਬਦ ਧਿਆਨ ਨਾਲ ਸੁਣਨਾ, ਕਿਸੇ ਮਨੁੱਖ ਵਾਸਤੇ ਨਹੀਂ, ਇਹ ਗੁਰੂ ਪ੍ਰਥਾਏ ਹੈ। ਕੋਈ ਗੱਦੀ ਉੱਤੇ ਬੈਠਾ ਹੋਵੇ ਤਾਂ ਕਿ ਇਹ ਸਾਧ ਹੈ, ਇਹ ਸੰਤ ਹੈ, ਇਹਦੇ ਪ੍ਰਥਾਏ ਨਹੀਂ। ਇੱਥੇ ਇੱਕ ਵਜਨ ਸੱਸੇ ਉੱਤੇ ਟਿੱਪੀ ਤੇ ਤੱਤਾ, ਤੱਤਾ ਮੁਕਤਾ। ਜਿੱਥੇ ਸੰਤ ਪ੍ਰਸਾਦ ਵਸੈ, ਅਖੀਰ ਉੱਤੇ ਆਖਿਆ ਨਾਨਕ ਮੰਗੇ। ਕੀ ਮੰਗਦਾ ਹੈ? ਸੰਤਰ ਵਾਲਾ। ਜਿਹੜਾ ਸੰਤ ਹੈ ਭਾਵ ਗੁਰੂ ਹੈ ਨਾ, ਮੈਂ ਉਹਦੀ ਸੰਗਤ ਮੰਗਦਾ।
ਮੈਂ ਉਹਦਾ ਸੇਵਕ ਹੋਣਾ ਲੋਚਦਾ, ਮੈਂ ਉਹਦੇ ਨਾਲ ਜੁੜਨਾ ਲੋਚਦਾ, ਕਿਉਂਕਿ ਉਹਦੇ ਨਾਲ ਜੁੜਿਆ ਹੀ ਤੇਰੇ ਨਾਮ ਦੀ ਦਾਤ, ਤੇਰੇ ਸਿਮਰਨ ਦੀ ਦਾਤ ਜਿਹੜੀ ਮੇਰੀ ਝੋਲੀ ਵਿੱਚ ਪੈਣੀ ਹੈ। ਸਤਿਗੁਰੂ ਜੀ ਨੇ ਅੱਜ ਦੇ ਇਸ ਪਾਵਨ ਬਚਨ ਵਿੱਚ ਇਹੀ ਉਪਦੇਸ਼ ਦਿੱਤਾ ਹੈ। ਗੁਰੂ ਅੱਗੇ ਅਰਦਾਸ ਕਰੀਏ, ਪਾਤਸ਼ਾਹ ਰਹਿਮਤ ਕਰਨੀ, ਸਾਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜ ਕੇ, ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ ਕੇ ਨਾਮ ਬਾਣੀ ਦਾ ਅਭਿਆਸ ਸਾਨੂੰ ਬਖਸ਼ਿਸ਼ ਕਰਨਾ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਅੰਤ ਗੁਰਫਤਿਹ ਨਾਲ ਸਾਂਝ ਬਣਾਓ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।